ਮੁਹੰਮਦ ਗੌਰੀ ਅਫਗਾਨਿਸਤਾਨ ਦੇ ਗੌਰ ਰਾਜ ਦਾ ਸ਼ਾਸਕ ਸੀ। ਉਸਨੇ ਭਾਰਤ 'ਤੇ ਹਮਲਾ ਕੀਤਾ ਕਿਉਂਕਿ ਉਹ ਭਾਰਤ ਵਿੱਚ ਸਮਰਾਜ ਸਥਾਪਿਤ ਕਰਨਾ ਚਾਹੁੰਦਾ ਸੀ। ਦੇਖੋ, ਮਹਿਮੂਦ ਗਜ਼ਨਵੀ ਸਿਰਫ ਭਾਰਤ ਦੇ ਧਨ ਦੀ ਲੁੱਟ ਅਤੇ ਮੁਹੰਮਦ ਗੌਰੀ ਭਾਰਤ ਵਿੱਚ ਆਪਣਾ ਸਮਰਾਜ ਸਥਾਪਿਤ ਕਰਨਾ ਚਾਹੁੰਦਾ ਸੀ। ਇਸ ਲਈ 1175 ਉਹਨੇ ਸ਼ੁਰੂ ਕੀਤਾ ਸੀਗਾ 1001 ਵਿੱਚ ਮਹਿਮੂਦ ਗਜ਼ਨਵੀ ਨੇ, 1001 ਵਿੱਚ ਜੈਪਾਲ 'ਤੇ, ਫਿਰ ਜੋ ਮੇਨ ਨੇ 1008 ਵਿੱਚ ਦੇਵਪਾਲ 'ਤੇ ਪਿਸ਼ਾਵਰ ਦੇ ਨੇੜੇ ਹਰਾਇਆ, 1009 ਵਿੱਚ ਨਗਰਕੋਟ 'ਤੇ, ਫਿਰ 1014 ਵਿੱਚ ਥਨੇਸ਼ਵਰ 'ਤੇ, 1018-19 ਵਿੱਚ ਮਥੁਰਾ ਅਤੇ ਕਨੌਜ 'ਤੇ, ਅਤੇ ਫਿਰ 1021 ਵਿੱਚ ਕਲਿੰਜ਼ਾਰ 'ਤੇ। ਰਾਜਾ ਕੌਣ ਸੀ? ਵਿਦਿਆਧਰ। 1025 ਵਿੱਚ ਸੋਮਨਾਥ 'ਤੇ। ਇਹ ਗੁਜਰਾਤ ਦੇ ਵਿੱਚ ਬੰਦਰ, ਉੱਥੋਂ ਬਹੁਤ ਜ਼ਿਆਦਾ ਸੋਨਾ ਲੁੱਟਿਆ ਸੀ। ਤਾਂ ਜੋ ਮੁਹੰਮਦ ਗੌਰੀ ਸੀ, ਉਸ ਦਾ ਮਕਸਦ ਸੀ ਭਾਰਤ ਵਿੱਚ ਆਪਣਾ ਸਮਰਾਜ ਕਾਇਮ ਕਰਨਾ। ਤਾਂ ਉਸ ਤੋਂ ਲਗਭਗ ਪੌਣੇ 200 ਸਾਲ, ਉਹਨੇ 1001 ਵਿੱਚ, ਇਹਨੇ 1175 ਵਿੱਚ, ਪੌਣੇ 200 ਸਾਲ ਬਾਅਦ ਕੰਮ ਸ਼ੁਰੂ ਕੀਤਾ ਸੀ। ਤਾਂ 1175 ਈਸਵੀ ਵਿੱਚ ਉਸਨੇ ਮੁਲਤਾਨ, ਮੁਹੰਮਦ ਮੱਮੇ 'ਤੇ ਮੁਹੰਮਦ, ਮੱਮੇ 'ਤੇ ਮੁਲਤਾਨ, ਮੱਮੇ 'ਤੇ ਮੁਹੰਮਦ, ਮੱਮੇ 'ਤੇ ਮੁਲਤਾਨ, ਦੋਨੇ ਮੱਮੇ ਮੁਹੰਮਦ ਗੌਰੀ ਨੇ ਮੁਲਤਾਨ ਅਤੇ 1175। ਫਿਰ ਉਸਨੇ 1178 ਵਿੱਚ ਗੁਜਰਾਤ, ਦੇਖੋ, ਫਿਰ ਗੁਜਰਾਤ 1178 ਦੇ ਵਿੱਚ ਗੁਜਰਾਤ 'ਤੇ ਹਮਲਾ ਕੀਤਾ। ਉਸ ਦੇ ਸ਼ਾਸਕ ਭੀਮ ਦੇਵ ਨੇ ਉਸ ਨੂੰ ਕਰਾਰੀ ਹਰਾ ਦਿੱਤੀ। ਜਿੰਨੇ ਵੀ ਹਮਲਾਵਰ ਆਏ ਸਾਰਿਆਂ ਨੇ ਦਰਾ ਖੈਬਰ ਦੇ ਰਾਹੀਂ ਹਮਲਾ ਕੀਤਾ ਸੀਗਾ ਪੰਜਾਬ ਦੇ ਉੱਤੇ। ਪਰ ਮੁਹੰਮਦ ਗੌਰੀ ਇੱਕੋ ਇੱਕ ਸ਼ਾਸਕ ਹੋਇਆ ਜਿਸ ਨੇ ਦਰਾ ਗੋਮਲ ਦੇ ਰਾਹੀਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਭਾਵ ਗੁਜਰਾਤ ਵਾਲੇ ਪਾਸੇ ਦੀ, ਅਤੇ ਉੱਧਰ ਕੀ ਸੀਗਾ ਮਾਰੂਥਲ ਹੀ ਮਾਰੂਥਲ, ਜਿਸ ਕਰਕੇ ਇਸ ਦੀ ਕਰਾਰੀ ਹਾਰ ਹੋਈ ਸੀ। ਗੌਰੀ ਤੋਂ ਜੀ ਅਤੇ ਜੀ, ਗੌਰੀ ਗੋਮਲ ਦਰਾ ਗੋਮਲ ਦੇ ਰਾਹੀਂ ਗੁਜਰਾਤ ਵਾਲੇ ਪਾਸੇ ਹਮਲਾ ਕੀਤਾ ਸੀ 1178 ਵਿੱਚ, ਅਤੇ ਉੱਥੇ ਰਾਜਾ ਸੀ ਭੀਮ ਦੇਵ, ਅਤੇ ਭੀਮ ਦੇਵ ਨੇ ਉਸਨੇ ਮੁਹੰਮਦ ਗੌਰੀ ਨੂੰ ਬੁਰੀ ਤਰ੍ਹਾਂ ਹਰਾਇਆ ਸੀ। 1175 ਵਿੱਚ ਮੁਲਤਾਨ ਨੂੰ ਜਿੱਤਿਆ ਸੀ। 1178 ਵਿੱਚ ਦਰਾ ਗੋਮਲ ਦੇ ਰਾਹੀਂ ਹਮਲਾ ਕੀਤਾ ਸੀ ਗੁਜਰਾਤ। ਦਰਾ ਗੋਮਲ, ਦੇਖੋ ਗੱਗੇ ਜੁੜ ਗਏ, ਗੱਗੇ 'ਤੇ ਗੌਰੀ, ਗੱਗੇ 'ਤੇ ਗੋਮਲ, ਗੱਗੇ 'ਤੇ ਗੁਜਰਾਤ। 1178 ਦੇ ਵਿੱਚ ਪਰ ਹਾਰ ਗਿਆ ਸੀ। ਇਸ ਤੋਂ ਬਾਅਦ ਮੁਹੰਮਦ ਗੌਰੀ ਨੇ 1179 ਵਿੱਚ ਪਿਸ਼ਾਵਰ, ਹੁਣ ਪਾਕਿਸਤਾਨ ਵਾਲੇ ਪਾਸੇ, 1179 ਵਿੱਚ ਪਿਸ਼ਾਵਰ ਅਤੇ 1182 ਈਸਵੀ ਵਿੱਚ ਸਿਆਲਕੋਟ ਅਤੇ ਪੰਜਾਬ 'ਤੇ ਜਿੱਤ ਪ੍ਰਾਪਤ ਕੀਤੀ। ਦੇਖੋ, 1175 ਵਿੱਚ ਮੁਲਤਾਨ, 1178 ਦੇ ਵਿੱਚ ਗੁਜਰਾਤ ਪਰ ਭੀਮ ਦੇਵ ਨੇ ਹਰਾਤਾ, 1179 ਦੇ ਵਿੱਚ ਪਿਸ਼ਾਵਰ ਅਤੇ 1182 ਦੇ ਵਿੱਚ ਸਿਆਲਕੋਟ ਅਤੇ ਪੰਜਾਬ 'ਤੇ ਜਿੱਤ ਪ੍ਰਾਪਤ ਕੀਤੀ। 1191 ਈਸਵੀ ਵਿੱਚ ਮੁਹੰਮਦ ਗੌਰੀ ਨੇ ਦਿੱਲੀ ਅਤੇ ਅਜਮੇਰ ਦੇ ਸ਼ਾਸਕ ਪ੍ਰਿਥਵੀ ਰਾਜ ਚੌਹਾਨ 'ਤੇ ਹਮਲਾ ਕੀਤਾ। ਦੋਹਾਂ ਵਿਚਕਾਰ ਤਰਾਇਣ ਦੀ ਲੜਾਈ ਹੋਈ ਅਤੇ ਮੁਹੰਮਦ ਗੌਰੀ ਹਾਰ ਗਿਆ। 1192 ਵਿੱਚ ਫਿਰ ਫੌਜ ਸਮੇਤ ਆਇਆ ਅਤੇ ਉਸਨੇ ਪ੍ਰਿਥਵੀ ਰਾਜ ਚੌਹਾਨ ਨੂੰ ਤਰਾਇਣ ਦੀ ਦੂਜੀ ਲੜਾਈ ਵਿੱਚ ਹਰਾ ਦਿੱਤਾ। 1194 ਈਸਵੀ ਵਿੱਚ ਮੁਹੰਮਦ ਗੌਰੀ ਨੇ ਕਨੌਜ ਦੇ ਰਾਜਾ, ਕਿਉਂਕਿ ਕਨੌਜ ਦੇ ਰਾਜਾ ਜੈ ਚੰਦ ਰਾਠੌਰ ਦੀ ਪ੍ਰਿਥਵੀ ਰਾਜ ਚੌਹਾਨ ਨਾਲ ਨਹੀਂ ਬਣਦੀ ਸੀ, ਕਿਉਂਕਿ ਜੈ ਚੰਦ ਰਾਠੌਰ ਦੀ ਬੇਟੀ ਸੀ ਸੰਯੋਗਤਾ, ਜਿਸ ਦੇ ਨਾਲ ਪ੍ਰਿਥਵੀ ਰਾਜ ਚੌਹਾਨ ਨੇ ਵਿਆਹ ਕਰਵਾ ਲਿਆ ਸੀ, ਜਿਸ ਨੂੰ ਜੈ ਚੰਦ ਰਾਠੌਰ ਮਤਲਬ ਉਚਿਤ ਨਹੀਂ ਮੰਨਦਾ ਸੀ। ਇਸ ਲਈ ਉਸਨੇ ਮੁਹੰਮਦ ਗੌਰੀ ਦੀ ਮਦਦ ਕੀਤੀ ਸੀ ਪ੍ਰਿਥਵੀ ਰਾਜ ਚੌਹਾਨ ਦੇ ਵਿਰੁੱਧ 1192 ਵਿੱਚ ਤਰਾਇਣ ਦੀ ਦੂਜੀ ਲੜਾਈ ਵਿੱਚ। ਪਰ ਉਸ ਨੂੰ ਤਾਂ ਇਹ ਸੀ ਕਿ ਮੁਹੰਮਦ ਗੌਰੀ ਉਸ ਤੋਂ ਖੁਸ਼ ਹੋਵੇਗਾ, ਪਰ 1194 ਈਸਵੀ ਵਿੱਚ ਮੁਹੰਮਦ ਗੌਰੀ ਨੇ ਕਨੌਜ ਦੇ ਰਾਜਾ ਜੈ ਚੰਦ ਨੂੰ ਛੰਦਵਾੜਾ ਦੀ ਲੜਾਈ ਵਿੱਚ ਹਰਾ ਦਿੱਤਾ। ਬਾਅਦ ਵਿੱਚ ਉਸ ਦੀ ਫੌਜ ਨੇ ਸਾਰੇ ਗੰਗਾ ਜਮਨਾ ਦੁਆਬ 'ਤੇ ਕਬਜ਼ਾ ਕਰ ਲਿਆ। ਜਲਦੀ ਹੀ ਉਸਨੇ ਭਾਰਤ ਵਿੱਚ ਇੱਕ ਵਿਸ਼ਾਲ ਤੁਰਕ
ਸਮਰਾਜ ਸਥਾਪਿਤ ਕਰ ਲਿਆ। ਇਸ ਤਰ੍ਹਾਂ ਅਸੀਂ ਨੇ ਮਹਿਮੂਦ ਗਜ਼ਨਵੀ ਅਤੇ ਮੁਹੰਮਦ ਗੌਰੀ ਬਾਰੇ ਪੜ੍ਹਿਆ ਜੋ ਮੇਨ ਸੀ। 1175 ਵਿੱਚ ਮੁਲਤਾਨ, 1178 ਵਿੱਚ ਗੁਜਰਾਤ ਭੀਮਦੇਵ ਤੋਂ ਹਾਰ ਗਿਆ, 1179 ਦੇ ਵਿੱਚ ਪਿਸ਼ਾਵਰ, 1182 ਦੇ ਵਿੱਚ ਜਿਹੜਾ ਹੈਗਾ ਸੀਗਾ ਪੰਜਾਬ ਵਾਲਾ ਖੇਤਰ, 1182 ਵਿੱਚ ਸਿਆਲਕੋਟ ਅਤੇ ਪੰਜਾਬ, 1191 ਵਿੱਚ ਫਸਟ ਬੈਟਲ ਆਫ ਤਰਾਇਨ ਵਿੱਚ ਹਾਰ ਗਿਆ, 1192 ਵਿੱਚ ਸੈਕਿੰਡ ਬੈਟਲ ਆਫ ਤਰਾਇਨ 'ਚ ਜਿੱਤ ਗਿਆ ਪ੍ਰਿਥਵੀ ਰਾਜ ਚੌਹਾਨ ਤੋਂ 1194 ਵਿੱਚ ਬੈਟਲ ਆਫ ਛਿੰਦਵਾੜਾ ਜਾਂ ਚੰਦਵਾੜਾ ਦੀ ਲੜਾਈ ਵਿੱਚ ਅਤੇ ਕਨੌਜ ਦਾ ਰਾਜਾ ਸੀਗਾ ਜੈ ਚੰਦ ਰਾਠੌਰ, ਉਸ ਨੂੰ ਹਰਾਇਆ ਅਤੇ ਭਾਰਤ ਉੱਤੇ ਇਸ ਨੇ ਅਧਿਕਾਰ ਕਰ ਲਿਆ ਸੀ ਅਤੇ ਤੁਰਕ ਰਾਜ ਸਥਾਪਿਤ ਕਰ ਦਿੱਤਾ ਸੀ। ਧੰਨਵਾਦ।